ਸਿੰਘ ਸਭਾ ਦੀ 150 ਸਾਲਾ ਸ਼ਤਾਬਦੀ ਮੌਕੇ ਇਸ ਸਭਾ ਦੇ ਇਤਿਹਾਸ ਬਾਬਤ ਲਿਖੀ ਗਈ ਪੁਸਤਕ ਸਿੰਘ ਸਭਾ ਲਹਿਰ ਸਥਾਪਨਾ ਉਦੇਸ਼ ਕਾਰਜ ਤੇ ਪ੍ਰਾਪਤੀਆਂ ਜਿਹੜੀ ਕਿ ਸਰ ਰਾਜਵਿੰਦਰ ਸਿੰਘ ਜੋਗਾ ਵੱਲੋਂ ਲਿਖੀ ਗਈ ਹੈ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਕਿਤਾਬ ਨੂੰ ਤੁਹਾਡੇ ਨਾਲ ਸਾਂਝੀ ਕਰਦਿਆਂ ਮਾਣ ਮਹਿਸੂਸ ਕਰ ਰਹੇ ਹਾਂ। ਸਿੰਘ ਸਭਾ ਲਹਿਰ ਸਥਾਪਨਾ ਉਦੇਸ਼ ਕਾਰਜ ਤੇ ਪ੍ਰਾਪਤੀਆਂ। ਸਿੰਘ ਸਭਾ ਲਹਿਰ ਮੂਲ ਰੂਪ ਵਿੱਚ ਈਸਾਈ ਪ੍ਰਚਾਰ ਦੇ ਵਿਪਰੀਤ ਨਕਲੀ ਗੁਰੂਆਂ, ਮਨਮਤੀ ਮਹੰਤਾਂ ਤੇ ਦੰਭੀ ਪੁਜਾਰੀਆਂ ਦੀਆਂ ਕੁਟਲ ਨੀਤੀਆਂ ਦੇ ਵਿਰੁੱਧ ਪ੍ਰਤੀਕਰਨ ਵਜੋਂ ਸਿੱਖਾਂ ਵਿੱਚ ਉਪਜੀ ਇੱਕ ਧਾਰਮਿਕ ਲਹਿਰ ਸੀ। ਆਰੰਭ ਵਿੱਚ ਇਸ ਦਾ ਆਸ਼ਾ ਵੀ ਧਾਰਮਿਕ ਤੇ ਸਮਾਜਿਕ ਸੁਧਾਰ ਹੀ ਸੀ, ਪਰ ਹੌਲੀ-ਹੌਲੀ ਇਸ ਦਾ ਰੰਗ ਰੂਪ ਤੇ ਕਾਰਜ ਖੇਤਰ ਬਦਲਦਾ ਗਿਆ। ਇਹ ਲਹਿਰ ਛੇਤੀ ਹੀ ਧਾਰਮਿਕ, ਸਮਾਜਿਕ, ਵਿਦਿਅਕ ਤੇ ਰਾਜਨੀਤਿਕ ਲਹਿਰਾਂ ਦਾ ਇੱਕ ਸੰਯੁਕਤ ਰੂਪ ਧਾਰਨ ਕਰ ਗਈ। ਪੰਜਾਬ ਦੀ ਇਹ ਇੱਕ ਅਜਿਹੀ ਲਹਿਰ ਬਣ ਗਈ ਜਿਸ ਨੇ ਸਿੱਖ ਜਗਤ ਵਿੱਚ ਹੀ ਨਹੀਂ ਬਲਕਿ ਸਾਰੇ ਪੰਜਾਬ ਵਿੱਚ ਨਵ ਜਾਗ੍ਰਿਤੀ ਲਿਆਂਦੀ। ਇਸ ਨੇ ਜਿੱਥੇ ਪੰਜਾਬ ਦੇ ਸਿੱਖ ਵਰਗ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਿਆ ਤਾਂ ਉੱਥੇ ਹੀ ਭਾਰਤ ਵਾਸੀਆਂ ਨੂੰ ਆਪਣਾ ਦੇਸ਼ ਆਜ਼ਾਦ ਕਰਵਾਉਣ ਵਿੱਚ ਵੀ ਨਵੀਆਂ ਪੈੜਾਂ ਪਾਈਆਂ। ਹੁਣ ਗੱਲ ਕਰਾਂਗੇ ਇਸ ਲਹਿਰ ਦੇ ਪਿਛੋਕੜ ਦੀ। ਪੰਜਾਬ ਵਿੱਚ 19ਵੀਂ ਸਦੀ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੁਧਾਰ ਤੇ ਸਿੱਖਾਂ ਨੂੰ ਬ੍ਰਾਹਮਣੀ ਦਲਦਲ ਵਿੱਚੋਂ ਕੱਢ ਕੇ ਸਿੱਖ ਰਹੁ-ਰੀਤਾਂ, ਸਿਧਾਂਤਾਂ ਤੇ ਪਰੰਪਰਾਵਾਂ ਨੂੰ ਵਿਲੱਖਣ ਰੂਪ ਵਿੱਚ ਦਰਸਾਉਣ ਲਈ ਕਈ ਲਹਿਰਾਂ ਉਤਪੰਨ ਹੋਈਆਂ। ਇਹਨਾਂ ਵਿੱਚ ਸਿੰਘ ਸਭਾ ਲਹਿਰ ਇਸ ਸਦੀ ਦੀ ਇੱਕ ਧਾਰਮਿਕ, ਸਮਾਜ ਸੁਧਾਰਕ ਤੇ ਪੰਥਕ ਜਾਗ੍ਰਿਤੀ ਪੈਦਾ ਕਰਨ ਵਾਲੀ ਲਹਿਰ ਵਜੋਂ ਉੱਭਰ ਕੇ ਸਾਹਮਣੇ ਆਈ। ਇਸ ਤੋਂ ਪਹਿਲਾਂ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਵੀ ਭਾਵੇਂ ਕਾਰਜਸ਼ੀਲ ਸੀ। ਇਹਨਾਂ ਨੇ ਆਰੰਭ ਵਿੱਚ ਸ਼ਬਦ ਗੁਰੂ ਸਿਧਾਂਤ ਤੇ ਪਹਿਰਾ ਦਿੱਤਾ, ਸਿੱਖਾਂ ਵਿੱਚ ਪ੍ਰਚਲਿਤ ਹਿੰਦੂਤਵੀ ਧਰਮਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਤੇ ਸਿੱਖਾਂ ਦੇ ਵਿਆਹ ਆਨੰਦ ਰੀਤੀ ਨਾਲ ਕਰਨ ਦਾ ਵੀ ਪ੍ਰਚਾਰ ਕੀਤਾ। ਦੂਜਾ, ਇਸ ਸਮੇਂ ਪੰਜਾਬ ਅੰਦਰ ਬ੍ਰਾਹਮਣੀ ਕਰਮਕਾਂਡ, ਗੁਰੂ ਡੰਮ ਤੇ ਈਸਾਈ ਪਾਦਰੀਆਂ ਦਾ ਪ੍ਰਚਾਰ ਸਿੱਖੀ ਨੂੰ ਢਾਹ ਲਾ ਰਿਹਾ ਸੀ। ਬਾਬਾ ਰਾਮ ਸਿੰਘ ਜੀ ਨੇ ਇਸ ਦੇ ਵਿਪਰੀਤ ਜਾਤ-ਪਾਤ ਤੇ ਇਸਤਰੀ ਮਰਦ ਦੇ ਭਰਮ ਮਿਟਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੀ ਇੱਕ ਲਹਿਰ ਚਲਾਈ, ਜਿਸ ਕਰਕੇ ਇਸ ਲਹਿਰ ਦੀਆਂ ਸਰਗਰਮੀਆਂ ਨੇ ਅੰਗਰੇਜ਼ ਸਰਕਾਰ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਵੱਲ ਖਿੱਚਿਆ। ਬਾਬਾ ਰਾਮ ਸਿੰਘ ਜੀ ਦੀ ਇੱਛਾ ਦੇ ਵਿਪਰੀਤ ਉਹਨਾਂ ਦੇ ਕੁਝ ਉਤਸ਼ਾਹੀ ਸ਼ਰਧਾਲੂਆਂ ਨੇ ਗਊ ਹੱਤਿਆ ਕਰਨ ਵਾਲੇ ਕੁਝ ਬੁੱਚੜਾਂ ਨੂੰ ਮਾਰ ਮੁਕਾਇਆ ਤੇ ਜਨਵਰੀ 1872 ਈਸਵੀ ਨੂੰ ਹਥਿਆਰ ਪ੍ਰਾਪਤ ਕਰਨ ਲਈ ਮਲੌਦ ਅਤੇ ਮਲੇਰਕੋਟਲਾ ਦੇ ਅਸਲਾ ਖਾਨਿਆਂ ਤੇ ਧਾਵਾ ਬੋਲ ਦਿੱਤਾ, ਪਰ ਅਸਫਲ ਰਹੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮਿਸਟਰ ਕਾਵਰ ਨੇ ਇਸ ਘਟਨਾ ਨੂੰ ਭਾਰਤ ਵਿੱਚ ਇੱਕ ਹੋਰ ਵਿਦਰੋਹ ਵਜੋਂ ਲਿਆ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਨੇ ਕਿ ਉਸਨੇ ਇਹਨਾਂ ਨੂੰ ਫੜ ਕੇ ਬਿਨਾਂ ਕੋਈ ਮੁਕੱਦਮਾ ਚਲਾਈ 17 ਜਨਵਰੀ 1872 ਈਸਵੀ ਨੂੰ ਮਲੇਰਕੋਟਲਾ ਕੋਲ 49 ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਤੇ ਦੂਜੇ ਦਿਨ ਅੰਬਾਲੇ ਦੇ ਕਮਿਸ਼ਨਰ ਫੋਰਸਿਥ ਨੇ 16 ਹੋਰ ਨਾਮਧਾਰੀਆਂ ਨੂੰ ਉਸੇ ਤਰ੍ਹਾਂ ਤੋਪਾਂ ਨਾਲ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਤਤਕਾਲੀ ਘਟਨਾਵਾਂ ਦੌਰਾਨ ਪੁਲਿਸ ਨਾਲ ਹੋਈ ਮੁੱਠਭੇੜ ਵਿੱਚ ਕਈ ਸਖਤ ਜ਼ਖਮੀ ਹੋਏ ਤੇ ਸੱਟਾਂ ਦੀ ਤਾਬ ਨਾ ਸਹਾਰਦੇ ਹੋਏ ਚੜ੍ਹਾਈ ਕਰ ਗਈ ਤੇ ਕੁਝ ਨੂੰ ਫਾਂਸੀ ਹੋਈ। ਇਸ ਤਰ੍ਹਾਂ 150 ਦੇ ਕਰੀਬ ਨਾਮਧਾਰੀ ਸਿੱਖ ਸ਼ਹੀਦ ਹੋਏ। ਇਹਨਾਂ ਦੋਹਾਂ ਅਫਸਰਾਂ ਨੂੰ ਸਰਕਾਰ ਨੇ ਭਾਵੇਂ ਨੌਕਰੀ ਤੋਂ ਹਟਾ ਦਿੱਤਾ, ਪਰ ਨਾਲ ਹੀ ਬਾਬਾ ਰਾਮ ਸਿੰਘ ਤੇ ਉਹਨਾਂ ਦੇ 12 ਮੁਖੀ ਸ਼ਰਧਾਲੂਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ। ਇਸ ਉਪਰੰਤ ਬਾਬਾ ਰਾਮ ਸਿੰਘ ਜੀ ਲੰਬਾ ਸਮਾਂ ਜੇਲ੍ਹ ਵਿੱਚ ਰਹੇ ਤੇ 29 ਨਵੰਬਰ 1885 ਈਸਵੀ ਰੰਗੂਨ ਬਰਮਾ ਦੀ ਜੇਲ੍ਹ ਵਿੱਚ ਅਕਾਲ ਚਲਾਣਾ ਕਰ ਗਏ। ਨਾਮਧਾਰੀ ਲਹਿਰ ਨੇ ਜਿੱਥੇ ਧਰਮ ਪ੍ਰਚਾਰ ਦਾ ਕੰਮ ਕੀਤਾ, ਉੱਥੇ ਅੰਗਰੇਜ਼ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਪਰ ਸਮੇਂ ਦੇ ਫੇਰ ਨਾਲ ਇਹ ਲਹਿਰਾਂ ਵੀ ਗੁਰਮਤਿ ਸਿਧਾਂਤਾਂ ਦੀ ਮੁੱਖ ਧਾਰਾ ਤੋਂ ਦੂਰ ਹੋ ਗਈਆਂ। ਅਰਥਾਤ ਇਹਨਾਂ ਲਹਿਰਾਂ ਦੇ ਮੋਢਿਆਂ ਤੋਂ ਬਾਅਦ ਇਹਨਾਂ ਦੇ ਮੁਖੀ ਗੁਰੂ ਬਣ ਕੇ ਸਿੱਖਾਂ ਦੀ ਅਗਵਾਈ ਕਰਨ ਲੱਗ ਪਏ, ਜਿਸ ਕਰਕੇ ਇਹਨਾਂ ਦਾ ਅਸਰ ਰਸੂਖ ਘਟਦਾ ਗਿਆ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ ਕਿ ਬਾਬਾ ਰਾਮ ਸਿੰਘ ਜੀ ਨੇ ਜਿਨ੍ਹਾਂ ਮਨੋਰਥਾਂ ਨੂੰ ਲੈ ਕੇ ਇਸ ਲਹਿਰ ਨੂੰ ਆਰੰਭਿਆ ਸੀ, ਉਸ ਵਿੱਚ ਉਹਨਾਂ ਨੂੰ ਕਾਫੀ ਸਫਲਤਾ ਵੀ ਮਿਲੀ, ਪਰ ਅਣਜਾਣ ਸ਼ਰਧਾਲੂਆਂ ਨੇ ਉਹਨਾਂ ਨੂੰ ਗੁਰੂ ਮੰਨ ਕੇ ਇਸ ਲਹਿਰ ਨੂੰ ਸੰਯੁਕਤ ਕਰ ਦਿੱਤਾ ਤੇ ਸਾਰੇ ਸਿੱਖਾਂ ਵਿੱਚ ਨਾ ਫੈਲਣ ਦਿੱਤਾ। ਤੀਜਾ, ਇਹਨਾਂ ਲਹਿਰਾਂ ਨੂੰ ਅੰਗਰੇਜ਼ਾਂ ਨੇ ਸਰਕਾਰ ਦੇ ਵਿਰੋਧ ਵਿੱਚ ਪੈਦਾ ਹੋਈਆਂ ਰਾਜਨੀਤਿਕ ਲਹਿਰਾਂ ਸਮਝ ਕੇ ਤਾਕਤ ਦੀ ਵਰਤੋਂ ਨਾਲ ਦਬਾ ਦਿੱਤਾ। ਇਸ ਸਮੇਂ ਸਿੰਘ ਸਭਾ ਲਹਿਰ ਬਾਕੀ ਸਿੱਖ ਲਹਿਰਾਂ ਤੋਂ ਵਿਲੱਖਣ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ, ਜਿਸ ਨੇ ਸਿੱਖ ਧਰਮ ਨੂੰ ਮੁੜ ਇੱਕ ਜੀਵਤ ਸ਼ਕਤੀ ਬਣਾਇਆ। ਇਸ ਲਹਿਰ ਨੂੰ ਸਿੱਖ ਜੀਵਨ ਦੀ
ਮੁੜ ਸੁਰਜੀਤੀ ਦੀ ਲਹਿਰ ਵੀ ਕਿਹਾ ਜਾ ਸਕਦਾ ਹੈ। ਇਸ ਲਹਿਰ ਦਾ ਮੁੱਖ ਉਦੇਸ਼ ਸਿੱਖ ਸਿਧਾਂਤਾਂ, ਸਿੱਖ ਪਰੰਪਰਾਵਾਂ ਤੇ ਸਿੱਖ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਗੁਰਮਤਿ ਦਾ ਪ੍ਰਚਾਰ ਕਰਨਾ, ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ। ਸਿੰਘ ਸਭਾ ਲਹਿਰ ਦੇ ਆਰੰਭ ਹੋਣ ਦੇ ਕਈ ਕਾਰਨ ਸੀ, ਜਿਨ੍ਹਾਂ ਨੂੰ ਇਸ ਤਰੀਕੇ ਵਿਚਾਰਿਆ ਜਾ ਸਕਦਾ ਹੈ। ਸਿੱਖ ਧਰਮ ਇੱਕ ਵਿਲੱਖਣ ਧਰਮ ਹੈ। ਗੁਰੂ ਸਾਹਿਬਾਨ ਨੇ ਵਹਿਮਾਂ ਭਰਮਾਂ, ਕਰਮ ਕਾਂਡਾਂ, ਜਾਤੀਵਾਦ ਤੇ ਹੋਰ ਸਮਾਜਿਕ ਕੁਰੀਤੀਆਂ ਆਦਿ ਅਤੇ ਸਨਾਤਨੀ ਰੌ ਰੀਤਾਂ ਤੋਂ ਹਟਾ ਕੇ ਸਿੱਖਾਂ ਨੂੰ ਵਿਲੱਖਣ ਧਰਮ ਗ੍ਰੰਥ, ਪਹਿਰਾਵਾ, ਕਰਮ ਧਰਮ ਤੇ ਰੌ ਰੀਤੀ ਸਭ ਕੁਝ ਨਿਰਾਲੇ ਬਖਸ਼ੇ ਨੇ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਸਮਾਜ ਵਿੱਚ ਸਨਾਤਨੀ ਧਰਮ ਦਾ ਪ੍ਰਭਾਵ ਮੁੜ ਘਰ ਕਰ ਰਿਹਾ ਸੀ, ਕਿਉਂਕਿ ਹਾਲਾਤ ਅਜਿਹੇ ਸੀ ਕਿ ਮੁਗਲਿਆ ਸਲਤਨਤ ਸਿੱਖਾਂ ਦੀ ਜਾਨ ਦੀ ਵੈਰੀ ਸੀ, ਜਿਸ ਕਰਕੇ ਇਹਨਾਂ ਨੂੰ ਲੰਬਾ ਸਮਾਂ ਜੰਗਲ ਬੇਲਿਆਂ ਵਿੱਚ ਗੁਜ਼ਾਰਨਾ ਪਿਆ। ਇਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਤੇ ਹੋਰ ਸਿੱਖ ਧਾਰਮਿਕ ਅਸਥਾਨਾਂ ਉੱਪਰ ਉਦਾਸੀ ਤੇ ਨਿਰਮਲੇ ਮਹੰਤਾਂ ਨੇ ਸੇਵਾ ਸੰਭਾਲ ਕੀਤੀ। ਇਹ ਸੰਪਰਦਾਵਾਂ ਸਨਾਤਨੀ ਧਰਮ ਕਰਮ ਤੇ ਵਧੇਰੇ ਨੇੜੇ ਸੀ, ਜਿਸ ਕਰਕੇ ਸੁਭਾਵਿਕ ਹੀ ਸੀ ਕਿ ਸਿੱਖ ਅਸਥਾਨਾਂ ਵਿੱਚ ਸਨਾਤਨੀ ਰੌ ਰੀਤਾਂ ਆਰੰਭ ਹੋ ਗਈਆਂ। ਸਿੱਖ ਮਿਸਲਾਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਸਨਾਤਨੀ ਧਰਮ ਦਾ ਪ੍ਰਭਾਵ ਸਿੱਖਾਂ ਦੇ ਜੀਵਨ ਵਿੱਚ ਹੋਰ ਪੈਣ ਲੱਗ ਪਿਆ। ਪ੍ਰਿੰਸੀਪਲ ਹਰਭਜਨ ਸਿੰਘ ਲਿਖਦੇ ਨੇ ਕਿ ਸਿੱਖ ਰਾਜ ਵੇਲੇ ਵਿਸ਼ੇਸ਼ ਕਰਕੇ ਇਸ ਦੇ ਅੰਤਲੇ ਦਿਨਾਂ ਵਿੱਚ ਸਿੱਖੀ ਚਲਨ ਤੇ ਵਿਚਾਰਧਾਰਾ ਦਾ ਜਹਾਜ਼ ਫੇਰ ਬ੍ਰਾਹਮਣਵਾਦ ਦੀ ਗੰਗਾ ਦੇ ਉਸੇ ਦਹਾਨੇ ਵਿੱਚ ਡੁੱਬਣ ਲੱਗਾ ਸੀ, ਜਿੱਥੋਂ ਗੁਰੂ ਸਾਹਿਬਾਨ ਨੇ 239 ਸਾਲ ਦੀ ਕਰੜੀ ਘਾਲਣਾ ਦੁਆਰਾ ਇਸ ਨੂੰ ਉਬਾਰਿਆ ਸੀ। ਇਸ ਵਿੱਚ ਇਸਲਾਮ ਦੇ ਬੇੜੇ ਦੇ ਡੁੱਬਣ ਦੀ ਸ਼ਿਕਾਇਤ ਮੁਹੰਮਦ ਇਕਬਾਲ ਵੀ ਇਉਂ ਕਰਦੇ ਨੇ। ਉਹ ਲਿਖਦੇ ਨੇ कि ये दीन हजाजी का बेबाक बेड़ा, न जेहू में अटका न सेहू में ठहरा, कि ये पार जिसने थे सातों समुंदर, वो डूबा दहाने में गंगा के आकर। महाराजे ਦੀ ਮੌਤ ਉਪਰੰਤ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਪਰ ਸਿੱਧੇ ਰੂਪ ਵਿੱਚ ਦਖਲ ਦੇ ਕੇ ਸੇਵਾਵਾਂ ਕਰ ਰਹੇ ਮਹੰਤਾਂ ਆਦਿ ਨੂੰ ਆਪਣੀ ਮਰਜ਼ੀ ਦੀਆਂ ਧਾਰਮਿਕ ਰੌ ਰੀਤਾਂ ਆਦਿ ਕਰਨ ਦੇ ਪੂਰਨ ਅਧਿਕਾਰ ਦੇ ਦਿੱਤੇ ਸੀ, ਜਿਸ ਕਰਕੇ ਇਹਨਾਂ ਅਸਥਾਨਾਂ ਤੇ ਗੁਰਮਤ ਵਿਰੋਧੀ ਪਰੰਪਰਾਵਾਂ ਹੋਣ ਲੱਗ ਪਈਆਂ ਸੀ। ਸੰਨ 1872 ਈਸਵੀ ਤੱਕ ਸਿੱਖਾਂ ਦੇ ਕਰਮ ਧਰਮ ਸਪਸ਼ਟ ਰੂਪ ਵਿੱਚ ਸਨਾਤਨੀ ਹੋ ਗਏ ਸੀ। ਇੱਥੇ ਹੀ ਬਸ ਨਹੀਂ, ਇਸ ਸਮੇਂ ਸ਼ਬਦ ਗੁਰੂ ਦੀ ਥਾਂ ਦੇਹਧਾਰੀ ਪਰੰਪਰਾ ਵੀ ਪ੍ਰਬਲ ਹੋ ਰਹੀ ਸੀ। ਸੋਢੀ ਤੇ ਬੇਦੀ ਜੋ ਗੁਰੂ ਵੰਸ਼ ਵਿੱਚੋਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੱਦੀਆਂ ਲਾ ਕੇ ਬੈਠਣ ਲੱਗ ਪਏ ਸੀ। ਆਪਣੇ ਆਪ ਨੂੰ ਗੁਰੂ ਤੋਂ ਮੱਥੇ ਵੀ ਟਿਕਵਾਉਂਦੇ ਸੀ। ਗੁਰਦੁਆਰਿਆਂ ਵਿੱਚ ਅਜਿਹੀਆਂ ਰੀਤਾਂ ਕੀਤੀਆਂ ਜਾਣ ਲੱਗੀਆਂ ਜੋ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ ਸੀ। ਇਸ ਸਮੇਂ ਪੰਜਾਬ ਅੰਦਰ ਸਨਾਤਨੀ ਮਤ ਵਿੱਚੋਂ ਪੈਦਾ ਹੋਈਆਂ ਬ੍ਰਹਮੋ ਸਮਾਜ, ਆਰੀਆ ਸਮਾਜ ਤੇ ਦੇਵ ਸਮਾਜ ਆਦਿ ਲਹਿਰਾਂ ਵੀ ਜ਼ੋਰ ਫੜ ਰਹੀਆਂ ਸੀ। ਇਹ ਤਿੰਨੇ ਲਹਿਰਾਂ ਆਪਣੇ ਧਰਮ ਕਰਮ ਤੇ ਪਰੰਪਰਾ ਦਾ ਪੁਰਜ਼ੋਰ ਕਰਨ ਦੇ ਨਾਲ-ਨਾਲ ਹਿੰਦੂ ਸਮਾਜ ਨੂੰ ਆਧੁਨਿਕ ਸਮੇਂ ਦੀ ਸਿੱਖਿਆ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਸੀ। ਇਹਨਾਂ ਵਿੱਚੋਂ ਆਰੀਆ ਸਮਾਜ ਦਾ ਸਿੱਖਾਂ ਨਾਲ ਵਧੇਰੇ ਟਕਰਾਓ ਦੇਖਣ ਨੂੰ ਮਿਲਦਾ ਹੈ, ਜਿਸ ਦੇ ਮੁਖੀ ਸਵਾਮੀ ਦਇਆਨੰਦ ਨੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਸੀ। ਉਸ ਸਮੇਂ ਦਾ ਇਹ ਸਭ ਤੋਂ ਵੱਡਾ ਸੰਵਾਦੀ ਸੀ, ਜੋ ਸ਼ਾਸਤਰਾਰਥ ਵਿੱਚ ਵੱਡੇ ਆਲਮਾ ਫਾਜ਼ਲਾਂ ਨੂੰ ਕਈ ਵਾਰ ਹਰਾ ਚੁੱਕਿਆ ਸੀ। ਪਰ ਸਿੰਘ ਸਭਾ ਲਹਿਰ ਦੇ ਅਨਮੋਲ ਹੀਰੇ ਗਿਆਨੀ ਦਿੱਤ ਸਿੰਘ ਜੀ ਨੇ ਨਿਰਭੈਤਾ ਤੇ ਅਦੁੱਤੀ ਸਾਹਸ ਨਾਲ ਇਸ ਸਵਾਲਾਂ ਦੇ ਮੂੰਹ ਤੋੜ ਜਵਾਬ ਦਿੱਤੇ ਤੇ ਆਪ ਨੇ ਸਪਸ਼ਟ ਤੇ ਜ਼ੋਰਦਾਰ ਢੰਗ ਨਾਲ ਵਿਚਾਰ ਪੇਸ਼ ਕਰਕੇ ਉਸ ਨੂੰ 3 ਵਾਰ ਸ਼ਾਸਤਰਾਰਥ ਵਿੱਚ ਹਰਾਇਆ ਸੀ। ਦੂਜੇ ਪਾਸੇ ਅੰਗਰੇਜ਼ ਸਰਕਾਰ ਦੁਆਰਾ ਈਸਾਈ ਮਤ ਦਾ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੀ ਮੌਤ ਤੋਂ ਬਾਅਦ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਕੁਝ ਲੜਾਈਆਂ ਉਪਰੰਤ ਅੰਗਰੇਜ਼ ਹਕੂਮਤ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲਿਆ ਸੀ। ਪਰ ਉਹਨਾਂ ਨੂੰ ਇਹ ਵੀ ਅਨੁਭਵ ਸੀ ਕਿ ਸਿੱਖ ਇੱਕ ਜੁਝਾਰੂ, ਅਣਖੀਲੀ ਤੇ ਹੀਣ ਨਾ ਮੰਨਣ ਵਾਲੀ ਤੇ ਗੈਰਤਮੰਦ ਕੌਮ ਹੈ। ਇਸ ਨੂੰ ਤੋਪਾਂ ਨਾਲ ਨਹੀਂ ਬਲਕਿ ਪਿਆਰ ਨਾਲ ਕਾਬੂ ਕੀਤਾ ਜਾ ਸਕਦਾ ਹੈ। ਅੰਗਰੇਜ਼ ਲੋਕ ਕਿਸੇ ਖੇਤਰ ਨੂੰ ਆਪਣੇ ਅਧੀਨ ਕਰਨ ਲਈ ਪਹਿਲਾਂ ਉੱਥੋਂ ਦੇ ਸੱਭਿਆਚਾਰ, ਖਿੱਤੇ, ਵਿਰਾਸਤ ਤੇ ਹੋਰ ਇਤਿਹਾਸ ਬਾਰੇ ਜਾਣਕਾਰੀ ਇਕੱਤਰ ਕਰਦੇ ਸੀ। ਫਿਰ ਉਸ ਅਨੁਸਾਰ ਹੀ ਆਪਣੀ ਅਗਲੀ ਰਣਨੀਤੀ ਤਿਆਰ ਕਰਦੇ ਸੀ। ਇਸ ਲਈ ਉਹਨਾਂ ਨੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਲਈ ਪਹਿਲਾਂ ਸਿੱਖਾਂ ਨੂੰ ਉਹਨਾਂ ਦੇ ਅਮੀਰ ਵਿਰਸੇ ਤੇ ਵਿਰਾਸਤ ਤੋਂ ਵਾਂਝਾ ਕਰਨ ਦੇ ਉਪਰਾਲੇ ਕੀਤੇ
ਜਿਸ ਤਹਿਤ ਉਹਨਾਂ ਨੇ ਧਰਮ ਦੀ ਆੜ ਲੈ ਕੇ ਆਪਣੇ ਕੁਝ ਮਿਸ਼ਨਰੀ ਪ੍ਰਚਾਰਕ ਪੰਜਾਬ ਵਿੱਚ ਸਥਾਪਿਤ ਕੀਤੇ। ਸਕੂਲਾਂ ਕਾਲਜਾਂ ਵਿੱਚ ਵਿਸ਼ੇਸ਼ ਤੌਰ ਤੇ ਈਸਾਈ ਮਿਸ਼ਨਰੀਆਂ ਦੁਆਰਾ ਈਸਾਈ ਮਤ ਦਾ ਪ੍ਰਚਾਰ ਆਰੰਭ ਕਰਵਾਇਆ ਗਿਆ। ਅੰਗਰੇਜ਼ੀ ਹਕੂਮਤ ਨੇ ਈਸਾਈ ਮਿਸ਼ਨਰੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਕੇ ਉਹਨਾਂ ਦੀ ਸਹਾਇਤਾ ਨਾਲ ਲੋਕਾਂ ਦਾ ਧਰਮ ਬਦਲਣ ਦੀ ਨੀਤੀ ਅਪਣਾਈ। ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਸਿੱਖਾਂ ਦੇ ਮਹਾਨ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਮੁੱਖ ਕੇਂਦਰ ਵਜੋਂ ਚੁਣਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਗੈਰ ਸਿੱਖ ਸ਼ਾਸਕ ਜਾਂ ਰਾਜਸੀ ਸੱਤਾ ਨੇ ਸਿੱਖਾਂ ਨੂੰ ਨਸਤੋ-ਨਬੂਦ ਕਰਨਾ ਚਾਹਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਇਸ ਮਹਾਨ ਕੇਂਦਰ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਸੀ। ਅੰਗਰੇਜ਼ ਸਰਕਾਰ ਨੇ ਇੱਥੇ ਇੱਕ ਮਿਸ਼ਨਰੀ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ। ਸੰਨ 1834 ਈਸਵੀ ਵਿੱਚ ਭਾਵੇਂ ਮਹਾਰਾਜਾ ਰਣਜੀਤ ਸਿੰਘ ਸਮੇਤ ਜੌਨ ਸੀ ਲੌਰੀ ਅਮਰੀਕਾ ਤੋਂ ਲੁਧਿਆਣਾ ਵਿਖੇ ਈਸਾਈ ਪ੍ਰਚਾਰਕਾਂ ਦਾ ਇੱਕ ਜਥਾ ਲੈ ਕੇ ਆ ਗਿਆ ਸੀ ਤੇ ਉਹ ਪੰਜਾਬ ਵਿੱਚ ਈਸਾਈ ਮਤ ਦਾ ਪ੍ਰਚਾਰ ਲਈ ਅਣਥੱਕ ਯਤਨ ਵੀ ਕਰ ਰਿਹਾ ਸੀ, ਪਰ ਮਹਾਰਾਜੇ ਵੱਲੋਂ ਈਸਾਈ ਮਿਸ਼ਨਰੀਆਂ ਨੂੰ ਪੰਜਾਬ ਵਿੱਚ ਈਸਾਈ ਮਤ ਦਾ ਪ੍ਰਚਾਰ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ। ਉਸ ਸਮੇਂ ਪੰਜਾਬ ਦੇ ਲੋਕ ਈਸਾਈ ਮਿਸ਼ਨਰੀਆਂ ਨੂੰ ਦਿਲੋਂ ਨਫ਼ਰਤ ਵੀ ਕਰਦੇ ਸੀ। ਇੱਥੋਂ ਤੱਕ ਕਿ ਇਸ ਨਫ਼ਰਤ ਦੇ ਕਾਰਨ 2 ਮਿਸ਼ਨਰੀਆਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਸੀ। ਪਰ ਹੁਣ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਸੀ। ਮੌਕੇ ਦੀ ਸਰਕਾਰ ਨੇ ਮਿਸ਼ਨਰੀਆਂ ਨੂੰ ਪ੍ਰਚਾਰ ਕਰਨ ਹਿੱਤ ਪੂਰੇ ਅਧਿਕਾਰ ਦੇ ਦਿੱਤੇ ਸੀ। ਪੰਜਾਬ ਵਿੱਚ ਈਸਾਈ ਮਤ ਦਾ ਪ੍ਰਚਾਰ ਕਰਨ ਲਈ ਥਾਂ-ਥਾਂ ਮਿਸ਼ਨ ਖੋਲ੍ਹੇ ਗਏ। ਈਸਾਈ ਮਿਸ਼ਨਰੀਆਂ ਵੱਲੋਂ ਬੜੇ ਯੋਜਨਾਬੱਧ ਤਰੀਕੇ ਨਾਲ ਕਾਲਜਾਂ ਵਿੱਚ ਈਸਾਈ ਮਤ ਬਾਈਬਲ ਪੜ੍ਹਾਈ ਜਾਣ ਲੱਗੀ। ਇੱਥੇ ਹੀ ਬਸਰੀ C.W. ਫੋਰਮਨ ਅਤੇ ਜੌਨ ਨੈਪਟਨ ਨੇ ਸਕੂਲਾਂ ਤੋਂ ਇਲਾਵਾ ਹਸਪਤਾਲ ਤੇ ਯਤੀਮਖਾਨੇ ਖੋਲ੍ਹੇ ਤੇ ਇਹਨਾਂ ਵਿੱਚ ਖੁੱਲ੍ਹੇ ਤੌਰ ਤੇ ਈਸਾਈ ਮਤ ਦਾ ਪ੍ਰਚਾਰ ਕੀਤਾ ਜਾਣ ਲੱਗਿਆ। ਇਹਨਾਂ ਮਿਸ਼ਨਰੀਆਂ ਦੇ ਪ੍ਰਚਾਰ ਦੇ ਨਤੀਜੇ ਵਜੋਂ ਸਿੱਖਾਂ ਦੇ ਬੱਚਿਆਂ ਤੇ ਈਸਾਈ ਮਤ ਦਾ ਪ੍ਰਭਾਵ ਪੈਣ ਲੱਗਿਆ। ਅੰਗਰੇਜ਼ਾਂ ਵੱਲੋਂ ਇਸ ਕਾਰਜ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਦ੍ਰਿਸ਼ਟੀ ਤੋਂ ਦਾਊਦ ਸਿੰਘ ਨਾਂ ਦਾ ਇੱਕ ਪਾਦਰੀ ਕਾਨਪੁਰ ਤੋਂ ਅੰਮ੍ਰਿਤਸਰ ਭੇਜਿਆ ਗਿਆ। ਈਸਾਈ ਧਰਮ ਵਿੱਚ ਪਰਿਵਰਤਿਤ ਹੋਣ ਵਾਲਾ ਸ਼ਾਇਦ ਇਹ ਪਹਿਲਾ ਸਿੱਖ ਸੀ ਜਿਹੜਾ ਕਿ 1852 ਈਸਵੀ ਵਿੱਚ ਇੱਕ ਪਾਦਰੀ ਵਜੋਂ ਪੰਜਾਬ ਆਇਆ ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਨਗਰ ਸ਼੍ਰੀ ਅੰਮ੍ਰਿਤਸਰ ਵਿਖੇ ਈਸਾਈ ਧਰਮ ਦੀਆਂ ਜੜ੍ਹਾਂ ਮਜ਼ਬੂਤ ਕਰਨ ਵੱਲ ਰੁਚਿਤ ਹੋ ਗਿਆ। ਸਿੱਖਾਂ ਵਿੱਚ ਇਸ ਦੇ ਪ੍ਰਚਾਰ ਦਾ ਪ੍ਰਭਾਵ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਗ੍ਰੰਥੀ ਭਾਈ ਕੇਸਰ ਸਿੰਘ ਈਸਾਈ ਧਰਮ ਗ੍ਰਹਿਣ ਕਰਕੇ ਸਮੌਨ ਜਾਂ ਸਾਈਮਨ ਬਣ ਗਿਆ ਸੀ। ਇਸ ਦੇ ਪੰਜਾਬ ਵਿੱਚ ਆਉਣ ਨਾਲ ਇਸੇ ਸਾਲ ਵਿੱਚ ਹੀ ਤਿਆਰ ਕੀਤੀ ਇੱਕ ਨਵੀਂ ਚਰਚ ਨਾਲ ਈਸਾਈ ਮਤ ਦੇ ਪ੍ਰਚਾਰ ਨੂੰ ਵਿਸ਼ੇਸ਼ ਬਲ ਮਿਲਿਆ। ਅੰਗਰੇਜ਼ਾਂ ਵੱਲੋਂ ਸੰਨ 1853 ਈਸਵੀ ਵਿੱਚ ਸ਼੍ਰੀ ਅੰਮ੍ਰਿਤਸਰ ਵਿਖੇ ਇੱਕ ਮਿਸ਼ਨਰੀ ਸਕੂਲ ਖੋਲ੍ਹਿਆ ਗਿਆ। ਇਸ ਦੇ ਨਾਲ ਹੀ ਆਪਣੇ ਧਰਮ ਦਾ ਸਿੱਖਾਂ ਉੱਤੇ ਪ੍ਰਭਾਵ ਪਾਉਣ ਲਈ ਗੁਰਦੁਆਰਾ ਸਾਹਿਬਾਨ ਦੇ ਨੇੜੇ ਮਿਸ਼ਨਰੀ ਸਕੂਲਾਂ ਤੇ ਸੈਂਟਰਾਂ ਵਾਸਤੇ ਥਾਵਾਂ ਕਿਰਾਏ ਤੇ ਲੈ ਲਈਆਂ ਗਈਆਂ ਤਾਂ ਕਿ ਆਪਣੀਆਂ ਗਤੀਵਿਧੀਆਂ ਦਾ ਸਿੱਖਾਂ ਉੱਪਰ ਪ੍ਰਭਾਵ ਪਾਇਆ ਜਾ ਸਕੇ। ਇੱਥੋਂ ਤੱਕ ਕਿ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਉਹਨਾਂ ਨੇ ਉਚੇਚੇ ਤੌਰ ਤੇ ਇੱਕ ਬੁੰਗਾ ਕਿਰਾਏ ਤੇ ਲੈ ਲਿਆ ਸੀ। ਈਸਾਈ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਝੁਕਾਅ ਈਸਾਈ ਮਤ ਵੱਲ ਵਧਣ ਲੱਗ ਪਿਆ ਸੀ। ਉਹ ਈਸਾਈ ਮਤ ਨੂੰ ਚੰਗਾ ਸਮਝਣ ਲੱਗ ਪਏ ਸੀ। ਸੰਨ 1853 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਵੀ ਈਸਾਈ ਮਤ ਦੇ ਪ੍ਰਭਾਵ ਥੱਲੇ ਈਸਾਈ ਬਣਾ ਦਿੱਤਾ ਗਿਆ। ਇੰਨਾ ਹੀ ਨਹੀਂ ਬਲਕਿ ਉਸ ਨੂੰ ਪ੍ਰੇਰ ਕੇ ਈਸਾਈ ਮਤ ਦੇ ਪ੍ਰਚਾਰ ਲਈ 500 ਰੁਪਏ ਸਾਲਾਨਾ ਸ਼੍ਰੀ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਨੂੰ ਦੇਣ ਲਈ ਰਜਾਮੰਦ ਕਰ ਲਿਆ ਗਿਆ। ਇਸ ਤੋਂ ਇਲਾਵਾ ਸਰਕਾਰ ਨੇ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਪ੍ਰੇਰ ਕੇ ਅੰਮ੍ਰਿਤਸਰ ਵਿੱਚ ਈਸਾਈ ਮਿਸ਼ਨਰੀਆਂ ਦੇ ਕੰਮ ਵਾਸਤੇ ਇੱਕ ਬਾਗ ਲਿਆ ਤੇ ਮਜੀਠੇ ਵਿੱਚ ਗਿਰਜਾ ਘਰ ਵੀ ਖੋਲ੍ਹਿਆ। ਕੁਝ ਸਾਲਾਂ ਬਾਅਦ ਕਪੂਰਥਲਾ ਦੇ ਰਾਜੇ ਦਾ ਭਤੀਜਾ ਕੰਵਰ ਹਰਨਾਮ ਸਿੰਘ ਵੀ ਈਸਾਈ ਬਣ ਗਿਆ। ਇਸ ਤਰ੍ਹਾਂ ਈਸਾਈਆਂ ਦਾ ਪ੍ਰਭਾਵ ਵੱਧਦਾ ਹੀ ਗਿਆ। ਈਸਾਈ ਮਤ ਦਾ ਪ੍ਰਚਾਰ ਅੰਗਰੇਜ਼ਾਂ ਦੇ ਰਾਜ ਨੂੰ ਚਿਰਸਥਾਈ ਬਣਾਉਣ ਵਿੱਚ ਸਹਾਈ ਹੋਣਾ ਸੀ। ਅੰਗਰੇਜ਼ ਹਕੂਮਤ ਜਾਣਦੀ ਸੀ ਕਿ ਜਿਤਨਾ ਭਾਰਤੀ ਲੋਕ ਈਸਾਈ ਮਤ ਨੂੰ ਅਪਣਾਉਣਗੇ ਉਹਨਾਂ ਦੀਆਂ ਉਤਨੀਆਂ ਹੀ ਵਧੇਰੇ ਜੜ੍ਹਾਂ ਭਾਰਤ ਵਿੱਚ ਡੂੰਘੇਰੀਆਂ ਤੇ ਪੱਕੀਆਂ ਹੁੰਦੀਆਂ ਜਾਣਗੀਆਂ। ਇਸੇ ਮੰਤਵ ਦੀ ਪੂਰਤੀ ਲਈ ਉਹਨਾਂ ਸਾਰੇ ਦੇਸ਼ ਵਿੱਚ ਰੇਲਵੇ ਲਾਈਨਾਂ ਦਾ ਜਾਲ ਵਿਛਾਉਣ ਦਾ ਪ੍ਰੋਗਰਾਮ ਬਣਾਇਆ। ਮਲਕਾ ਵਿਕਟੋਰੀਆ ਨੇ 24 ਨਵੰਬਰ 1854 ਨੂੰ ਲਾਰਡ ਡਲਹੌਜੀ ਨੂੰ ਇੱਕ ਪੱਤਰ ਵਿੱਚ ਲਿਖਿਆ ਕਿ ਰੇਲ ਦੀਆਂ ਸੜਕਾਂ ਦਾ ਵਾਧਾ ਪੰਜਾਬ ਵਿੱਚ ਵੱਡੀ ਭਾਰੀ ਤਬਦੀਲੀ ਲਿਆ ਦੇਵੇਗਾ ਤੇ ਕਿਸੇ ਹੋਰ ਗੱਲ ਨਾਲੋਂ ਵੱਧ ਇਸ ਦੇਸ਼ ਨੂੰ ਸੱਭਿਅਤਾ ਵੱਲ ਮੋੜੇਗਾ ਤੇ ਅੰਤ ਵਿੱਚ ਈਸਾਈ ਧਰਮ ਦੇ ਫੈਲਾਓ ਲਈ ਜੋ ਹੁਣ ਤੱਕ ਇਸ ਪਾਸੇ ਵੱਲ ਉન્નਤੀ ਹੋਈ ਹੈ ਸਹੂਲੀਅਤ ਪੈਦਾ ਹੋਏਗੀ। ਡਾਕਟਰ A.C. ਅਰੋੜਾ ਲਿਖਦੇ ਨੇ ਕਿ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਲਗਭਗ 100 ਸਾਲ ਤੱਕ ਰਿਹਾ।
इस काल विच पंजाब ने ਵੱਖ-ਵੱਖ ਖੇਤਰਾਂ ਵਿੱਚ ਬੜੀ ਉન્નਤੀ ਕੀਤੀ। ਇੱਥੇ ਸੜਕਾਂ, ਰੇਲਾਂ ਤੇ ਤਾਰਾਂ ਦਾ ਜਾਲ ਵਿਛਾ ਦਿੱਤਾ ਗਿਆ। ਲਗਾਨ ਪ੍ਰਣਾਲੀ ਦਾ ਪੁਨਰਗਠਨ ਕੀਤਾ ਗਿਆ ਤੇ ਨਿਸ਼ਚਿਤ ਨਿਯਮਾਂ ਅਨੁਸਾਰ ਬੰਦੋਬਸਤ ਕੀਤੇ ਗਏ। ਬਹੁਤ ਸਾਰੀ ਬੰਜਰ ਜ਼ਮੀਨ ਨੂੰ ਵਾਹੀਯੋਗ ਬਣਾਇਆ ਗਿਆ। ਨਹਿਰਾਂ ਖੁਦਵਾਈਆਂ ਗਈਆਂ। ਲਾਇਲਪੁਰ ਆਦਿ ਜਿਹੇ ਕਈ ਨਵੇਂ ਖੁਸ਼ਹਾਲ ਨਗਰ ਹੋਂਦ ਵਿੱਚ ਆਏ। ਪੱਛਮੀ ਸਿੱਖਿਆ ਦਾ ਸਾਰੇ ਪ੍ਰਾਂਤਾਂ ਵਿੱਚ ਪਸਾਰ ਹੋਇਆ। ਆਧੁਨਿਕ ਢੰਗ ਦੇ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਤੇ ਕਾਲਜ ਖੋਲ੍ਹੇ ਗਏ। ਇੱਥੋਂ ਤੱਕ ਕਿ ਅੰਗਰੇਜ਼ ਸਰਕਾਰ ਨੇ ਅੰਗਰੇਜ਼ੀ ਭਾਸ਼ਾ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਅਤੇ ਵਿਗਿਆਨ ਆਦਿ ਦੀ ਪੜ੍ਹਾਈ ਕਰਵਾਉਣ ਲਈ ਨਿੱਜੀ ਸਕੂਲਾਂ ਨੂੰ ਆਰਥਿਕ ਸਹਾਇਤਾ ਦਿੱਤੀ। ਅੰਗਰੇਜ਼ਾਂ ਦੀ ਇਸ ਨੀਤੀ ਨਾਲ ਸਕੂਲਾਂ ਦਾ ਰੁਝਾਨ ਅੰਗਰੇਜ਼ੀ ਸਿੱਖਿਆ ਵੱਲ ਵਧਣਾ ਸ਼ੁਰੂ ਹੋ ਗਿਆ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨੌਕਰੀਆਂ ਵਿੱਚ ਪਹਿਲ ਦਿੱਤੀ ਜਾਣ ਲੱਗੀ, ਜਿਸ ਕਰਕੇ ਅੰਗਰੇਜ਼ੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਹ ਅੰਗਰੇਜ਼ੀ ਸੱਭਿਆਚਾਰ ਨੂੰ ਗ੍ਰਹਿਣ ਕਰਨ ਵਿੱਚ ਗੌਰਵ ਮਹਿਸੂਸ ਕਰਨ ਲੱਗੇ। ਇਸ ਸਮੇਂ ਪ੍ਰੈਸ ਦਾ ਵੀ ਵਿਕਾਸ ਕੀਤਾ ਗਿਆ ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਅਖਬਾਰ ਛਾਪੇ ਜਾਣ ਲੱਗੇ। ਈਸਾਈ ਧਰਮ ਦੇ ਪ੍ਰਚਾਰ ਕਾਰਨ ਸਿੱਖ, ਹਿੰਦੂ, ਇਸਲਾਮ ਧਰਮ ਦੇ ਆਗੂ ਆਪਣੇ ਧਰਮ ਦੀ ਰੱਖਿਆ ਕਰਨ ਬਾਰੇ ਸੋਚਣ ਲੱਗੇ। ਸੰਨ 1873 ਵਿੱਚ ਸ਼੍ਰੀ ਅੰਮ੍ਰਿਤਸਰ ਦੇ ਈਸਾਈ ਮਿਸ਼ਨ ਸਕੂਲ ਦੇ 4 ਸਿੱਖ ਵਿਦਿਆਰਥੀਆਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ, ਜੋ ਚੰਗੇ ਸਿੱਖ ਘਰਾਣਿਆਂ ਨਾਲ ਸੰਬੰਧ ਰੱਖਦੇ ਸੀ, ਉਹਨਾਂ ਨੇ ਈਸਾਈ ਧਰਮ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ। ਪਰ ਕੁਝ ਸਿਆਣੇ ਸਿੱਖ ਮੁਖੀਆਂ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਅਜਿਹਾ ਕਰਨ ਤੋਂ ਰੋਕ ਲਿਆ। ਇਸ ਘਟਨਾ ਨੇ ਸਿੱਖਾਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ ਤੇ ਉਹਨਾਂ ਨੂੰ ਤੁਰੰਤ ਕੁਝ ਕਰਨ ਲਈ ਮਜਬੂਰ ਕੀਤਾ ਗਿਆ। ਫਿਰ ਗੱਲ ਅਜੇ ਠੰਡੀ ਵੀ ਨਹੀਂ ਸੀ ਪਈ ਕਿ ਦੂਜੇ ਪਾਸੇ ਪੰਡਿਤ ਸ਼ਰਧਾ ਰਾਮ ਫਿਲੌਰੀ, ਜੋ ਅੰਗਰੇਜ਼ ਹਕੂਮਤ ਦਾ ਨਮਖੁਆਰ ਸੀ, ਇਸ ਨੂੰ ਅੰਗਰੇਜ਼ਾਂ ਨੇ ਸਿੱਖਾਂ ਦਾ ਇਤਿਹਾਸ ਲਿਖਣ ਦਾ ਕੰਮ ਸੌਂਪਿਆ ਸੀ। ਇਹ ਸਿੱਖ ਧਰਮ ਪ੍ਰਤੀ ਚੰਗੀਆਂ ਭਾਵਨਾਵਾਂ ਨਹੀਂ ਸੀ ਰੱਖਦਾ। ਇੱਥੇ ਹੀ ਬਸ ਨਹੀਂ, ਇਸ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਿੱਖ ਧਰਮ ਦੇ ਵਿਰੁੱਧ ਅਤੇ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਸ਼ਬਦ ਬੋਲ ਕੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀ। ਇਸ ਸਮੇਂ ਅਣਖ ਤੇ ਗੈਰਤਮੰਦ ਕੁਝ ਸਿੱਖਾਂ ਵਿੱਚ ਰੋਹ ਜਾਗ ਗਿਆ, ਜਿਸ ਕਰਕੇ ਪੰਡਿਤ ਨੂੰ ਆਪਣੀ ਜਾਨ ਦਾ ਫਿਕਰ ਪੈ ਗਿਆ। ਪਰ ਸ਼ਰਧਾ ਰਾਮ ਫਿਲੌਰੀ ਬੜਾ ਚੀੜਾ ਜਾ, ਇਉਂ ਕਹਿ ਲਈਏ ਕਿ ਅੰਗਰੇਜ਼ਾਂ ਦੀ ਉਸ ਸਮੇਂ ਦੀ ਧਾਰਮਿਕ ਦੁਫੇੜ ਦੀ ਨੀਤੀ ਪੰਡਿਤ ਦੀ ਕਰਨੀ ਅਨੁਸਾਰ ਠੀਕ ਬੈਠਦੀ ਸੀ। ਸੋ ਡਿਪਟੀ ਕਮਿਸ਼ਨਰ ਦੀ ਆਗਿਆ ਅਨੁਸਾਰ ਇੱਕ ਹਵਾਲਦਾਰ ਅਤੇ 11 ਸਿਪਾਹੀਆਂ ਦੀ ਗਾਰਦ ਪੰਡਿਤ ਨੂੰ ਨਿਤ ਸ਼ਾਮ ਦੀ 4 ਵਜੇ ਉਹਨਾਂ ਦੇ ਡੇਰੇ ਤੋਂ ਕਥਾ ਸਥਾਨ ਤੱਕ ਛੱਡਣ ਜਾਂਦੀ ਤੇ ਕਥਾ ਹੋਣ ਤੱਕ ਪਹਿਰਾ ਦਿੰਦੀ ਤੇ ਸਮਾਪਤੀ ਉਪਰੰਤ ਵਾਪਿਸ ਡੇਰੇ ਲੈ ਕੇ ਚਲੀ ਜਾਂਦੀ। ਇਹ ਕਾਰਨ ਸਨ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ ਕਿ 1873 ਈਸਵੀ ਨੂੰ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਦੀ ਹਿੰਮਤ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਜੀਠਿਆਂ ਦੇ ਬੁੰਗੇ ਵਿੱਚ 15 ਸਾਵਣ ਨੂੰ ਚੋਣਵੇਂ ਸਿੰਘਾਂ ਦਾ ਇਕੱਠ ਹੋਇਆ, ਜਿਸ ਵਿੱਚ ਬਾਬਾ ਖੇਮ ਸਿੰਘ ਬੇਦੀ, ਗਿਆਨੀ ਹਜ਼ਾਰਾ ਸਿੰਘ, ਗਿਆਨੀ ਗਿਆਨ ਸਿੰਘ, ਗਿਆਨੀ ਸਰਦੂਲ ਸਿੰਘ ਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਆਦਿ ਸ਼ਾਮਲ ਸੀ। ਲੰਬੀ ਵਿਚਾਰ ਪਿੱਛੋਂ ਪਹਿਲੀ ਸ਼੍ਰੀ ਗੁਰੂ ਸਿੰਘ ਸਭਾ ਕਾਇਮ ਕੀਤੀ ਗਈ, ਜਿਸ ਦੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਤੇ ਗਿਆਨੀ ਸਰਦੂਲ ਸਿੰਘ ਸਕੱਤਰ ਨਿਯਤ ਹੋਏ। ਪਰ ਜ਼ਿਆਦਾਤਰ ਵਿਦਵਾਨਾਂ ਦਾ ਮਤ ਹੈ ਕਿ ਅੱਸੂ ਸੁਦੀ 10 ਨਾਨਕਸਾਈ ਸੰਮਤ 404 1929 ਬਿਕਰਮੀ 1 ਅਕਤੂਬਰ 1873 ਈਸਵੀ ਨੂੰ ਅੰਮ੍ਰਿਤਸਰ ਵਿਖੇ ਗੁਰੂ ਕੇ ਬਾਗ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ ਸਿੱਖ ਧਰਮ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਸਿੱਖ ਸੰਗਤ ਸ਼ਾਮਲ ਹੋਈ। ਇਸ ਵਿੱਚ ਮੁੱਖ ਤੌਰ ਤੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਪ੍ਰੋਫੈਸਰ ਗੁਰਬਖਸ਼ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਮਈਆ ਸਿੰਘ ਤੇ ਭਾਈ ਜਵਾਹਰ ਸਿੰਘ ਨੇ ਇਕੱਠ ਨੂੰ ਨੇਪਰੇ ਚਾੜਨ ਲਈ ਪੁਰਜ਼ੋਰ ਯਤਨ ਕੀਤੇ। ਇਸ ਵਿੱਚ ਬੜੀ ਡੂੰਘੀ ਸੋਚ ਵਿਚਾਰ ਉਪਰੰਤ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਸਿੱਖਾਂ ਕੋਲ ਆਪਣਾ ਇੱਕ ਪਲੇਟਫਾਰਮ ਭਾਵ ਇੱਕ ਸਮੁੱਚਾ ਸੰਗਠਨ ਨਹੀਂ ਹੋਵੇਗਾ, ਉਦੋਂ ਤੱਕ ਸਿੱਖ ਪੰਥ ਆਪਣੇ ਉੱਪਰ ਪਏ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਗੁਲਾਮੀ ਵਾਲੇ ਕਾੜੇ ਸੰਗਲਾਂ ਵਿੱਚੋਂ ਆਜ਼ਾਦ ਨਹੀਂ ਕਰਵਾਇਆ ਜਾ ਸਕੇਗਾ। ਇਸ ਲਈ ਇੱਕ ਸਮੁੱਚੇ ਸੰਗਠਨ ਦੀ ਲੋੜ ਹੈ। ਇਸ ਵਿਚਾਰ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਕੜਾਹ ਪ੍ਰਸ਼ਾਦ ਭੇਟਾ ਕਰਕੇ ਅਰਦਾਸ ਕੀਤੀ ਗਈ। ਅਰਦਾਸ ਭਾਈ ਮਈਆ ਸਿੰਘ ਜੀ ਨੇ ਕੀਤੀ। ਉਪਰੰਤ ਹੁਕਮਨਾਮਾ ਲਿਆ ਗਿਆ। ਸੋਚ ਵਿਚਾਰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਹੁਕਮਨਾਮੇ ਦੇ ਆਏ ਪਹਿਲੇ ਅੱਖਰ ਸੱਸਾ ਤੇ ਸਮੂਹ ਜਾਂ ਇਕੱਠ ਦਾ ਨਾਂ ਸਿੰਘ ਸਭਾ ਰੱਖਿਆ ਜਾਵੇ। ਇਸ ਸਭਾ ਦੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਤੇ ਸਕੱਤਰ ਗਿਆਨੀ ਗਿਆਨ ਸਿੰਘ ਨੂੰ ਬਣਾਇਆ ਗਿਆ। ਉਕਤ ਅਨੁਸਾਰ ਮੰਨਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਲਈ ਸੰਨ 1873 ਈਸਵੀ ਦੇ ਆਰੰਭ ਵਿੱਚ ਯਤਨ ਸ਼ੁਰੂ ਹੋ ਗਏ ਸੀ ਤੇ ਇਸ ਦੀ ਸਥਾਪਨਾ 1 ਅਕਤੂਬਰ 1873 ਈਸਵੀ ਵਿੱਚ
ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮਤਾ ਨੰਬਰ 153 ਮਿਤੀ 16 ਜਨਵਰੀ 1973 ਈਸਵੀ ਅਨੁਸਾਰ ਸਿੰਘ ਸਭਾ ਦੀ 100 ਸਾਲਾ ਸ਼ਤਾਬਦੀ ਦੇਸ਼ ਵਿਆਪੀ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾ ਕੇ ਅਕਤੂਬਰ 1973-74 ਵਿੱਚ ਬਣਾਉਣ ਲਈ ਫੈਸਲਾ ਕੀਤਾ ਗਿਆ ਸੀ। ਇਸ ਸ਼ਤਾਬਦੀ ਨੂੰ ਪੂਰੇ ਸਿੱਖ ਜਗਤ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਸਿੰਘ ਸਭਾ ਦੇ ਨਕਸ਼ੇ ਕਦਮਾਂ ਅਨੁਸਾਰ ਅਕਤੂਬਰ 1973 ਈਸਵੀ ਨੂੰ ਵੱਡੀ ਪੱਧਰ ਤੇ ਮਨਾਇਆ, ਜਿਸ ਨੂੰ ਸਿੱਖ ਜਗਤ ਵਿੱਚ ਇੱਕ ਮੀਲ ਪੱਥਰ ਵਜੋਂ ਵੇਖਿਆ ਗਿਆ ਹੈ। ਤਾਂ ਇਹ ਸੀ ਸਿੰਘ ਸਭਾ ਲਹਿਰ ਦਾ ਪਿਛੋਕੜ। ਅਗਲੇ ਭਾਗ ਵਿੱਚ ਤੁਹਾਡੇ ਨਾਲ ਇਸ ਲਹਿਰ ਦੇ ਉਦੇਸ਼, ਕਾਰਜ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।